ਗੁੱਡ ਮਾਰਨਿੰਗ ਆਲ ਆਫ ਯੂ। ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਅੱਜ ਅਸੀਂ ਇੰਗਲਿਸ਼ ਦੀ ਬੁੱਕ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਕਿ ਨਾਮ ਹੈ ਫਰੋਮ ਪਲਿੰਥ ਟੂ ਪੈਰਾਮਾਊਂਟ। ਇਹ ਇੰਗਲਿਸ਼ ਦੀ ਵਨ ਆਫ ਦਾ ਬੈਸਟ ਬੁੱਕ ਹੈ। ਫਰੋਮ ਪਲਿੰਥ ਟੂ ਪੈਰਾਮਾਊਂਟ ਮੀਨਸ ਫਰੋਮ ਬੇਸਿਕ ਟੂ ਦਾ ਟੌਪ। ਤਾਂ ਜੇ ਅਸੀਂ ਇੰਗਲਿਸ਼ ਦੀ ਬੇਸਿਕ ਤੋਂ ਲੈ ਕੇ ਟੌਪ ਤੱਕ ਨੌਲੇਜ ਲੈਣਾ ਚਾਹੁੰਦੇ ਹਾਂ ਤਾਂ ਇਹ ਬੁੱਕ ਸਾਡੇ ਲਈ ਬਹੁਤ ਬੈਨੀਫੀਸ਼ੀਅਲ ਹੈ। ਜਾਂ ਫਿਰ ਅਸੀਂ ਕੋਈ ਐਗਜ਼ਾਮ ਦੇ ਲਈ ਇੰਗਲਿਸ਼ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਸ ਦੇ ਲਈ ਵੀ ਇਹ ਸਾਨੂੰ ਕੰਪਲੀਟ ਸੈੱਟ ਮਿਲ ਜਾਂਦਾ ਹੈ। ਤਾਂ ਅੱਜ ਅਸੀਂ ਲੈਕਚਰ ਫਸਟ ਕਰਾਂਗੇ ਜੋ ਕਿ ਵਰਬ ਬੇਸਿਕ ਤੇ ਆਧਾਰਿਤ ਹੈ। ਹਾਂਜੀ, ਤਾਂ ਅੱਜ ਆਪਾਂ ਪਲਿੰਥ ਟੂ ਪੈਰਾਮਾਊਂਟ ਬੁੱਕ ਦਾ ਫਸਟ ਚੈਪਟਰ ਕਰਾਂਗੇ ਜੋ ਕਿ ਹੈ ਵਰਬ ਬੇਸਿਕ। ਤਾਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵਰਬ ਹੁੰਦੀ ਕੀ ਹੈ। ਐਨੀ ਵਰਡ that denotes an action is verb। ਕੋਈ ਵੀ ਸ਼ਬਦ ਜੋ ਕਿਸੇ ਕਿਰਿਆ ਨੂੰ ਡਿਨੋਟ ਕਰਦਾ ਹੈ ਤਾਂ ਉਸ ਨੂੰ ਅਸੀਂ ਵਰਬ ਕਹਿੰਦੇ ਹਾਂ। ਹੈਂਸ ਵਰਬ ਇਜ਼ ਆਲਸੋ ਕਾਲਡ ਡੂਇੰਗ ਵਰਡ। ਕਿਸੇ ਕੰਮ ਨੂੰ ਕਰਨਾ ਤਾਂ ਇਸ ਨੂੰ ਐਜ਼ ਅ ਡੂਇੰਗ ਵਰਡ ਵੀ ਕਿਹਾ ਜਾਂਦਾ ਹੈ। ਵਰਬ ਕੈਨ ਬੀ ਕਲਾਸੀਫਾਈਡ ਇਨਟੂ ਟੂ ਕੈਟਾਗਰੀਜ਼। ਅੱਗੇ ਅਸੀਂ ਵਰਬ ਨੂੰ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲਾ ਪਾਰਟ ਕੀ ਹੈ ਜੀ ਆਪਣੇ ਕੋਲੇ ਹੈਲਪਿੰਗ ਵਰਬਸ। ਦੂਜਾ ਭਾਗ ਕੀ ਹੈ ਜੀ ਆਪਣੇ ਕੋਲੇ ਮੇਨ ਵਰਬ। ਪਹਿਲਾਂ ਅਸੀਂ ਦੇਖਾਂਗੇ ਹੈਲਪਿੰਗ ਵਰਬਸ ਕਿਸ ਨੂੰ ਕਹਿੰਦੇ ਨੇ। ਹੈਲਪਿੰਗ ਵਰਬਸ ਨੂੰ ਵੀ ਅੱਗੇ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਇੱਕ ਹੈ ਜੀ ਮੋਡਾਲਸ, ਦੂਜਾ ਹੈ ਸਾਡੇ ਕੋਲੇ ਪ੍ਰਾਇਮਰੀ ਆਕਸਿਲਰੀ ਵਰਬ। ਫਸਟ ਆਫ ਆਲ ਵੀ ਵਿਲ ਐਕਸਪਲੇਨ ਕਿ ਮੋਡਾਲਸ ਕੀ ਹੁੰਦੇ ਨੇ। ਮੋਡਾਲਸ ਡੂ ਨਾਟ ਐਕਟ ਐਜ਼ ਮੇਨ ਵਰਬ। ਫॉर एग्जाम्पल कैन, कुड, मे एटसैक्ट्रा। कि जो मोडाल्स ਹੁੰਦੇ ਨੇ ਇਹ ਕਦੇ ਵੀ ਐਜ਼ ਅ ਮੇਨ ਵਰਬ ਵਾਕ ਦੇ ਵਿੱਚ ਕੰਮ ਨਹੀਂ ਕਰਦੇ, ਜਿਵੇਂ ਕਿ ਕੈਨ, ਕੁਡ, ਮੇ ਐਟਸੈਕਟਰਾ। ਨੋਟ ਨੀਡ, ਡੇਅਰ ਐਂਡ ਯੂਜ਼ਡ ਟੂ act as marginal auxiliary verbs. Need and dare act as both main verb and modal। ਕਿ ਜੋ ਨੀਡ, ਡੇਅਰ ਐਂਡ ਯੂਜ਼ਡ ਟੂ ਨੇ ਇਹ ਮਾਰਜਨਲ ਐਗਜ਼ਿਲਰੀ ਵਰਬਸ ਹੁੰਦੀਆਂ ਨੇ। ਕਿਉਂ ਹੁੰਦੀਆਂ ਨੇ? ਕਿਉਂਕਿ ਨੀਡ ਐਂਡ ਡੇਅਰ ਇਹ ਦੋਨਾਂ ਦਾ ਕੰਮ ਕਰਦੇ ਨੇ ਐਜ਼ ਅ ਮੇਨ ਵਰਬ ਵੀ ਤੇ ਐਜ਼ ਅ ਮੋਡਾਲ ਵੀ। That's why we call them marginal auxiliary verbs। ਤਾਂ ਨੈਕਸਟ ਸਾਡੇ ਕੋਲੇ ਆ ਗਈਆਂ ਜੀ ਪ੍ਰਾਇਮਰੀ auxiliary verbs। ਉਹ ਕਿਹੜੀਆਂ ਹੁੰਦੀਆਂ ਨੇ? be, do, have। They act as both helping verb and main verb। ਕਿ ਜੋ ਪ੍ਰਾਇਮਰੀ auxiliary verbs ਹੁੰਦੀਆਂ ਨੇ ਇਹ ਐਜ਼ ਅ ਮੇਨ ਵਰਬ ਵੀ ਕੰਮ ਕਰਦੀਆਂ ਨੇ ਵਾਕ ਦੇ ਵਿੱਚ ਤੇ ਐਜ਼ ਅ ਹੈਲਪਿੰਗ ਵਰਬ ਵੀ ਕੰਮ ਕਰਦੀਆਂ ਨੇ। ਮੇਨ ਵਰਬ ਕੀ ਹੁੰਦੀ ਹੈ ਜੀ? ਮੁੱਖ ਕਿਰਿਆ, ਜੋ ਮੁੱਖ ਕੰਮ ਹੋ ਰਿਹਾ ਵਾਕ ਦੇ ਵਿੱਚ। ਹੈਲਪਿੰਗ ਵਰਬਸ ਕਿਹੜੀਆਂ ਹੁੰਦੀਆਂ ਨੇ? ਸਹਾਇਕ ਕਿਰਿਆਵਾਂ। ਨੈਕਸਟ ਆ ਗਿਆ ਜੀ ਆਪਣੇ ਕੋਲੇ ਵਰਬ ਦਾ ਸੈਕਿੰਡ ਪਾਰਟ ਮੇਨ ਵਰਬਸ। The word that expresses an act or occurrence, a main verb is sometimes preceded by an auxiliary verb। ਜੋ ਵਾਕ ਦੇ ਵਿੱਚ ਕੁਝ ਹੋ ਰਿਹਾ ਹੈ, ਵਾਪਰ ਰਿਹਾ ਹੈ, ਜੋ ਸ਼ਬਦ ਉਸ ਕਿਰਿਆ ਨੂੰ ਬਿਆਨ ਕਰਦੇ ਨੇ ਉਹਨਾਂ ਨੂੰ ਅਸੀਂ ਮੇਨ ਵਰਬਸ ਕਹਿੰਦੇ ਨੇ। ਐਂਡ ਮੇਨ ਵਰਬ ਇਜ਼ ਸਮਟਾਈਮਸ ਪ੍ਰੋਸੀਡਡ ਬਾਈ ਐਨ ਐਗਜ਼ਿਲਰੀ ਵਰਬ। ਤੇ ਕਦੇ ਕਦੇ ਮੇਨ ਵਰਬ ਤੋਂ ਪਹਿਲਾਂ ਐਗਜ਼ਿਲਰੀ ਵਰਬ ਵੀ ਲੱਗੀ ਹੁੰਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਪੜ੍ਹਿਆ ਕਿ ਯੂਜ਼ਡ ਟੂ, ਡੇਅਰ ਤੇ ਨੀਡ ਮੋਡਾਲਸ ਅਜਿਹੇ ਨੇ ਜਿਨ੍ਹਾਂ ਨੂੰ ਅਸੀਂ ਮਾਰਜਨਲ ਐਗਜ਼ਿਲਰੀ ਵਰਬਸ ਕਹਿੰਦੇ ਆ। ਨੀਡ ਤੇ ਡੇਅਰ ਐਜ਼ ਅ ਮੇਨ ਵਰਬ ਤੇ ਮੋਡਾਲ ਵੀ ਕੰਮ ਕਰਦੇ ਨੇ, ਬਟ ਜੋ ਯੂਜ਼ਡ ਟੂ ਹੈ ਉਹ ਐਜ਼ ਅ ਮੋਡਾਲ ਤੇ ਐਡਜੈਕਟਿਵ ਕੰਮ ਕਰਦਾ ਹੈ। ਇਹ ਇੱਥੇ ਸਾਨੂੰ ਯਾਦ ਰੱਖਣ ਵਾਲੀ ਗੱਲ ਹੈ। ਅੱਗੇ ਆ ਗਏ ਜੀ ਐਗਜ਼ਿਲਰੀ ਵਰਬਸ। they are used in addition to other verbs। ਜੋ auxiliary verbs ਹੁੰਦੀਆਂ ਨੇ ਉਹ ਦੂਜੀਆਂ verbs ਦੇ ਨਾਲ ਆਉਂਦੀਆਂ ਨੇ। these are also called helping verbs ਤੇ ਇਹਨਾਂ ਨੂੰ ਸਹਾਇਕ ਕਿਰਿਆਵਾਂ ਵੀ ਕਿਹਾ ਜਾਂਦਾ ਹੈ। ਨੈਕਸਟ modal auxiliary verbs ਕਿਹੜੀਆਂ ਹੁੰਦੀਆਂ ਨੇ? they are also called helping verbs। ਇਹਨਾਂ ਨੂੰ ਵੀ ਅਸੀਂ helping verbs ਕਹਿੰਦੇ ਆ। ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ can, could, may, might, shall, will, would, should, must and ought to are called modal auxiliary verbs। ਇਹ ਸਾਰੀਆਂ ਕੀ ਨੇ ਜੀ ਜੋ ਅਸੀਂ ਹੁਣ ਕੀਤੀਆਂ? modal auxiliary verbs। example she can
ਰਨ ਫਾਸਟ। ਤਾਂ ਹੁਣ ਅਸੀਂ ਇੱਥੇ ਦੇਖਿਆ ਕਿ ਜੋ ਕੈਨ ਹੈ ਉਹ ਕੀ ਹੈ ਜੀ, ਮੋਡਾਲ ਹੈ, ਤੇ ਜੋ ਰਨ ਹੈ ਇਹ ਕੀ ਹੈ, ਸਾਡੀ ਮੇਨ ਵਰਬ ਹੈ। ਯੂ ਸ਼ੁੱਡ ਸਟੱਡੀ ਇੰਗਲਿਸ਼। ਸਟੱਡੀ ਕੀ ਹੈ ਜੀ, ਸਾਡੇ ਕੋਲ ਮੇਨ ਵਰਬ ਹੈ, ਜੋ ਸ਼ੁੱਡ ਹੈ ਉਹ ਮੋਡਾਲ ਹੈ। ਅੱਗੇ ਅਸੀਂ ਕਰਾਂਗੇ ਜੀ ਮਾਰਜੀਨਲ ਐਗਜ਼ਿਲਰੀ ਵਰਬਸ ਕੀ ਹੁੰਦੀਆਂ ਨੇ। used to need and dare are marginal auxiliary verbs। ਕਈ ਵਾਰ ਐਗਜ਼ਾਮ ਦੇ ਵਿੱਚ ਇਹੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ marginal auxiliary verbs ਕਿਹੜੀਆਂ ਹੁੰਦੀਆਂ ਨੇ। ਤਾਂ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ used to need ਤੇ dare ਇਹ ਤਿੰਨੀ verbs ਅਜਿਹੀਆਂ ਨੇ ਜੋ ਕਿ marginal auxiliary verbs ਹੁੰਦੀਆਂ ਨੇ। these modals can be used as main verb ਜਿਵੇਂ ਕਿ need ਤੇ dare, ਔਰ ਐਨ ਐਡਜੈਕਟਿਵ ਜਿਵੇਂ ਕਿ used to as an adjective ਇਨ ਆ ਸੈਂਟੈਂਸ ਦੇ ਵਿੱਚ ਯੂਜ਼ ਹੁੰਦਾ ਹੈ। Example, I am used to sleeping late at night। ਤਾਂ ਇੱਥੇ ਕੀ ਹੈ ਜੀ, am ਕੀ ਹੈ, ਹੈਲਪਿੰਗ ਵਰਬ ਹੈ। used to ਇੱਥੇ ਐਜ਼ ਆ ਐਡਜੈਕਟਿਵ ਯੂਜ਼ ਹੋ ਰਿਹਾ, ਤੇ ਜੋ sleeping ਹੈ ਇਹ ਐਜ਼ ਆ gerund ਯੂਜ਼ ਹੋ ਰਿਹਾ। ਸੈਕਿੰਡ ਐਗਜ਼ਾਮਪਲ, I need you। ਤਾਂ ਇੱਥੇ need ਕੀ ਹੈ, ਐਜ਼ ਆ ਮੇਨ ਵਰਬ ਯੂਜ਼ ਹੋ ਰਿਹਾ। B, you need not come tomorrow। ਤਾਂ ਹੁਣ ਇੱਥੇ ਨੀਡ ਕੀ ਹੈ, ਐਜ਼ ਅ ਹੈਲਪਿੰਗ ਵਰਬ ਯੂਜ਼ ਹੋ ਰਿਹਾ, ਤੇ ਜੋ ਕੰਮ ਹੈ ਇਹ ਡਾਇਰੈਕਟ ਇਨਫਿਨਿਟਿਵ ਹੈਗਾ। ਥਰਡ ਵਨ ਇਜ਼ ਸ਼ੀ ਡਜ਼ ਨਾਟ ਡੇਅਰ ਟੂ ਕਮ ਹੋਮ ਲੇਟ। ਤਾਂ ਇੱਥੇ ਜੋ ਡੇਅਰ ਵਰਡ ਹੈ ਉਹ ਐਜ਼ ਅ ਮੇਨ ਵਰਬ ਯੂਜ਼ ਹੋ ਰਿਹਾ, ਤੇ ਜੋ ਟੂ ਕਮ ਹੈ ਉਹ ਇਨਫਿਨਿਟਿਵ ਹੈ। ਆਈ ਡੇਅਰ ਨਾਟ ਐਂਟਰ ਹਿਜ਼ ਰੂਮ ਵਿਦਾਊਟ ਪਰਮਿਸ਼ਨ। ਤਾਂ ਇੱਥੇ ਜੋ ਡੇਅਰ ਹੈ ਇਹ ਐਜ਼ ਅ ਹੈਲਪਿੰਗ ਵਰਬ ਯੂਜ਼ ਹੋ ਰਿਹਾ ਹੈ, ਤੇ ਜੋ ਐਂਟਰ ਹੈ ਇਹ ਡਾਇਰੈਕਟ ਇਨਫਿਨਿਟਿਵ ਜਾਂ ਬੇਅਰ ਇਨਫਿਨਿਟਿਵ ਹੈ। ਇੰਪੋਰਟੈਂਟ ਪੁਆਇੰਟਸ ਔਨ ਐਗਜ਼ਿਲਰੀ ਵਰਬਸ। ਰੂਲ 1, modal auxiliary verbs are not used as main verb। ਕਿ ਜੋ modal auxiliary verbs ਨੇ ਇਹ ਕਦੇ ਵੀ ਐਜ਼ ਅ ਮੇਨ ਵਰਬ ਯੂਜ਼ ਨਹੀਂ ਹੁੰਦੀਆਂ। ਇਹ ਰੂਲ ਸਾਨੂੰ ਯਾਦ ਕਰਨਾ ਪਵੇਗਾ। they are only used as helping verbs। ਉਹ ਹਮੇਸ਼ਾ ਐਜ਼ ਅ ਹੈਲਪਿੰਗ ਵਰਬ ਹੀ ਵਾਕ ਦੇ ਵਿੱਚ ਆਉਣਗੀਆਂ। ਜਿਵੇਂ ਕਿ ਅਸੀਂ ਐਗਜ਼ਾਮਪਲਸ ਦੇ ਵਿੱਚ ਦੇਖਦੇ ਹਾਂ, I can lift this box। ਹੁਣ ਇੱਥੇ ਜੋ ਕੈਨ ਹੈ, ਜੋ ਮੋਡਲ ਐਗਜ਼ਿਲਰੀ ਵਰਬ ਹੈ ਉਹ ਐਜ਼ ਅ ਹੈਲਪਿੰਗ ਵਰਬ ਆਈ ਹੈ। he should work hard। ਇੱਥੇ ਵਰਕ ਕੀ ਹੈ ਜੀ, ਮੇਨ ਵਰਬ ਹੈ, ਤੇ ਜੋ ਸ਼ੁੱਡ ਹੈ ਇਹ ਐਜ਼ ਅ ਹੈਲਪਿੰਗ ਵਰਬ ਯੂਜ਼ ਹੋ ਰਿਹਾ। ਰੂਲ ਸੈਕਿੰਡ, modal auxiliary verbs are not used in first, second or third form, ing form or s or es form। their forms do not change with subject, person or number। ਇੱਥੇ ਬਹੁਤ ਹੀ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਕਿ ਜਿਵੇਂ ਜੋ ਮੇਨ ਵਰਬਸ ਹੁੰਦੀਆਂ ਨੇ, ਅਸੀਂ ਟੈਂਸ ਦੇ ਚੈਪਟਰ ਵਿੱਚ ਵੀ ਇਹ ਕਰਾਂਗੇ ਕਿ ਜੋ ਮੇਨ ਵਰਬਸ ਹੁੰਦੀਆਂ ਨੇ ਉਹ ਹਮੇਸ਼ਾ ਕੀ ਹੈਗਾ, ਸਬਜੈਕਟ ਦੇ ਅਕੋਰਡਿੰਗ ਚੇਂਜ ਹੋ ਜਾਂਦੀਆਂ ਨੇ। ਕਿਸੇ ਪਿੱਛੇ ਐਸ ਜਾਂ ਈਐਸ ਲੱਗ ਜਾਂਦਾ ਜਿਵੇਂ ਸਿੰਗੂਲਰ ਨਾਲ, ਜਾਂ ਇਹਨਾਂ ਦੀ ਫਰਸਟ, ਸੈਕਿੰਡ ਔਰ ਥਰਡ ਫਾਰਮ ਜਾਂ ਇੰਗ ਫਾਰਮ ਹੁੰਦੀ ਆ। ਬਟ ਜੋ ਮੋਡਲ ਐਗਜ਼ਿਲਰੀ ਵਰਬਸ ਨੇ ਉਹਨਾਂ ਦੀ ਫਾਰਮ ਕਦੇ ਵੀ ਚੇਂਜ ਨਹੀਂ ਹੁੰਦੀ, ਨਾ ਹੀ ਉਹਨਾਂ ਦੀ ਇੰਗ ਫਾਰਮ ਹੁੰਦੀ ਆ, ਨਾ ਹੀ ਉਹਨਾਂ ਦੀ ਫਰਸਟ, ਸੈਕਿੰਡ ਜਾਂ ਥਰਡ ਫਾਰਮ ਹੁੰਦੀ ਹੈ। ਐਗਜ਼ਾਮਪਲ, she can help you। ਤਾਂ ਇੱਥੇ ਕੀ ਹੈ, ਕੈਨ ਹੀ ਲੱਗਿਆ, ਇਸ ਦੀ ਫਰਸਟ ਜਾਂ ਸੈਕਿੰਡ ਫਾਰਮ ਨਹੀਂ ਹੁੰਦੀ। ਹੈਲਪ ਦੀ ਆਪਾਂ ਇੱਥੇ ਫਰਸਟ ਫਾਰਮ ਲਾਈ ਆ। ਯੂ ਸ਼ੁੱਡ ਅੰਡਰਸਟੈਂਡ ਯੂਅਰ ਫਰੈਂਡਸ। ਤਾਂ ਹੁਣ ਇੱਥੇ ਅਸੀਂ ਸ਼ੁੱਡ ਐਜ਼ ਅ ਮੋਡਾਲ ਯੂਜ਼ ਕੀਤਾ, ਇਹਦੇ ਨਾਲ ਅਸੀਂ ਵਰਬ ਦੀ ਫਰਸਟ ਫਾਰਮ ਲਗਾਈ ਹੈ ਜੋ ਕਿ ਹੈ ਅੰਡਰਸਟੈਂਡ। ਅੱਗੇ ਆ ਗਿਆ ਜੀ ਰੂਲ 3, ought and used is always followed by infinitive to plus first form of verb। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਵਿੱਚ ਦੇਖਾਂਗੇ, we ought to respect our parents। ਤਾਂ ਇਸ ਦਾ ਮਤਲਬ ਇੱਥੇ ਕੀ ਹੈ ਕਿ ought ਤੇ used ਤੋਂ ਬਾਅਦ ਹਮੇਸ਼ਾ to plus verb ਦੀ ਫਸਟ ਫਾਰਮ ਲੱਗੇਗਾ, ਕਦੇ ਵੀ ਸੈਕਿੰਡ ਜਾਂ ਥਰਡ ਫਾਰਮ ਨਹੀਂ ਲੱਗੇਗੀ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਵਿੱਚ ਦੇਖਿਆ, to ought to respect, he used to come late। ਹੁਣ use ਦੇ ਨਾਲ to ਲੱਗਿਆ ਤੇ ਨਾਲ ਕੀ ਹੈ, ਫਸਟ ਫਾਰਮ ਆਫ ਵਰਬ ਲੱਗੀ ਹੈ। use of modal auxiliary verbs can and could। ਕਿ can ਤੇ could ਕਿੱਥੇ ਕਿੱਥੇ ਕਿਸ ਮੀਨਿੰਗ ਨਾਲ ਯੂਜ਼ ਹੁੰਦੇ ਨੇ ਉਹ ਆਪਾਂ ਹੁਣ ਡਿਟੇਲ ਦੇ ਵਿੱਚ ਕਰਾਂਗੇ।
Rule 1, can denotes power, ability and capacity। कि किसे ਦੇ ਅੰਦਰ ਕਿਸੇ ਕੰਮ ਕਰਨ ਦੀ ਜੋ ਸ਼ਕਤੀ ਹੈ, ਜੋ ਯੋਗਤਾ ਹੈ ਜਾਂ ਉਸ ਦੇ ਅੰਦਰ ਕਪੈਸਿਟੀ ਹੈ, ਸਮਰੱਥ ਹੈਗੀ, ਕੈਨ ਉਸ ਨੂੰ ਡਿਨੋਟ ਕਰਦਾ ਹੈ। ਕੁਡ ਡਿਨੋਟਸ ਪਾਸਟ ਐਬਿਲਿਟੀ, ਪਾਵਰ ਔਰ ਕਪੈਸਿਟੀ। ਤੇ ਜੇ ਇਹਨਾਂ ਤਿੰਨਾਂ ਚੀਜ਼ਾਂ ਦੀ ਗੱਲ ਅਸੀਂ ਪਾਸਟ ਦੇ ਵਿੱਚ ਕਰਦੇ ਹਾਂ ਕਿ ਕਿਸੇ ਦੇ ਵਿੱਚ ਇਹ ਕੰਮ ਕਰਨ ਦੀ ਸਮਰੱਥਾ ਸੀ, ਸ਼ਕਤੀ ਸੀ ਜਾਂ ਯੋਗਤਾ ਸੀ, ਤਾਂ ਉੱਥੇ ਅਸੀਂ ਕੀ ਯੂਜ਼ ਕਰਦੇ ਹਾਂ ਜੀ, ਕੁਡ। ਐਗਜ਼ਾਮਪਲ, ਹੀ ਕੈਨ ਲਿਫਟ ਦਾ ਬਾਕਸ, ਕਿ ਉਹ ਬਾਕਸ ਨੂੰ ਲਿਫਟ ਕਰ ਸਕਦਾ, ਉਸਦੇ ਵਿੱਚ ਇਹ ਯੋਗਤਾ, ਇਹ ਪਾਵਰ ਹੈ, ਇੰਨੀ ਕੁ ਸ਼ਕਤੀ ਹੈ ਕਿ ਉਹ ਬਾਕਸ ਨੂੰ ਚੱਕ ਸਕਦਾ ਹੈ। ਤਾਂ ਇਹ ਪ੍ਰੈਜ਼ੈਂਟ ਦੇ ਵਿੱਚ ਹੈ, ਤਾਂ ਕਰਕੇ ਅਸੀਂ ਇੱਥੇ ਕੈਨ ਯੂਜ਼ ਕੀਤਾ। ਜੇ ਇਹੀ ਅਸੀਂ ਪਾਸਟ ਦੇ ਵਿੱਚ ਗੱਲ ਕਰਨੀ ਹੋਵੇ, ਆਈ ਕੁਡ ਨਾਟ ਕਮ ਯੈਸਟਰਡੇ, ਕਿ ਮੈਂ ਕੱਲ ਨਹੀਂ ਆ ਸਕਦਾ ਸੀ, ਤਾਂ ਇਸ ਤਰ੍ਹਾਂ ਇਹ ਪਾਸਟ ਦੀ ਗੱਲ ਹੋ ਗਈ ਤੇ ਇੱਥੇ ਅਸੀਂ ਕੁਡ ਲਗਾਇਆ। ਰੂਲ 2, can is also used for taking and giving permission। ਤੁਸੀਂ ਕਿਸੇ ਨੂੰ ਪਰਮਿਸ਼ਨ ਦੇਣਾ ਚਾਹੁੰਦੇ ਹੋ ਜਾਂ ਉਸ ਤੋਂ ਪਰਮਿਸ਼ਨ ਲੈਣਾ ਚਾਹੁੰਦੇ ਹੋ, ਤਾਂ ਉੱਥੇ ਵੀ ਅਸੀਂ ਕੀ ਯੂਜ਼ ਕਰਦੇ ਹਾਂ ਜੀ, can। ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ, you can go now, ਇੱਥੇ ਕੀ ਹੈ, ਕਿਸੇ ਨੂੰ ਪਰਮਿਸ਼ਨ ਦਿੱਤੀ ਜਾ ਰਹੀ ਹੈ ਕਿ ਤੁਸੀਂ ਹੁਣ ਜਾ ਸਕਦੇ ਹੋ, ਤਾਂ ਇੱਥੇ ਵੀ ਅਸੀਂ can ਯੂਜ਼ ਕੀਤਾ ਹੈ। ਰੂਲ ਨੰਬਰ 3, can denotes theoretical possibility, ਕਿ ਜੋ ਥਿਓਰੈਟੀਕਲ ਸੰਭਾਵਨਾ ਹੁੰਦੀ ਹੈ ਉੱਥੇ ਵੀ ਅਸੀਂ ਕੈਨ ਯੂਜ਼ ਕਰਦੇ ਹਾਂ। ਕਿਵੇਂ ਜੀ, ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਵਿੱਚ ਦੇਖਾਂਗੇ, ਐਵਰੀਵਨ ਕੈਨ ਮੇਕ ਅ ਮਿਸਟੇਕ, ਇਹ ਥਿਓਰੈਟੀਕਲ ਪੋਸੀਬਿਲਿਟੀ ਹੈ, ਸੰਭਾਵਨਾ ਹੈ ਕਿ ਹਰ ਕੋਈ ਮਿਸਟੇਕ ਕਰ ਸਕਦਾ ਹੈ, ਤਾਂ ਇੱਥੇ ਅਸੀਂ ਕੈਨ ਲਗਾਇਆ। ਰੂਲ 4, ਕੁਡ ਇਜ਼ ਯੂਜ਼ ਟੂ ਸ਼ੋ ਰਿਮੋਟ ਪੋਸੀਬਿਲਿਟੀ, ਕਿ ਕੋਈ ਅੱਗੇ ਦੀ ਸੰਭਾਵਨਾ ਦੱਸੇ ਜਾਂ ਦੂਰ ਦੀ ਸੰਭਾਵਨਾ ਦੇ ਬਾਰੇ ਗੱਲ ਕਰੇ, ਤਾਂ ਉੱਥੇ ਅਸੀਂ ਕੁਡ ਲਗਾਉਂਦੇ ਹਾਂ। ਜਿਵੇਂ ਕਿ ਦੇਅਰ ਕੁਡ ਬੀ ਅ ਬੋਮ ਅੰਡਰ ਯੋਰ ਸੀਟ, ਕਿ ਤੁਹਾਡੀ ਸੀਟ ਦੇ ਥੱਲੇ ਬੋਮ ਵੀ ਹੋ ਸਕਦਾ ਸੀ, ਤਾਂ ਇੱਥੇ ਅਸੀਂ ਕੁਡ ਲਗਾਇਆ। ਰੂਲ 5, ਕੈਨ ਸ਼ੋਜ਼ ਫਰੈਂਡਲੀ ਰਿਕੁਐਸਟ ਵਾਈਲ ਕੁਡ ਸ਼ੋਜ਼ ਫਾਰਮਲ ਰਿਕੁਐਸਟ। ਇਹ ਪੁਆਇੰਟ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਜੋ ਕੈਨ ਹੈ ਇਹ ਸਾਨੂੰ ਫਰੈਂਡਲੀ ਰਿਕੁਐਸਟ ਦੇ ਲਈ ਅਸੀਂ ਯੂਜ਼ ਕਰਦੇ ਹਾਂ। ਫਰੈਂਡਲੀ ਰਿਕੁਐਸਟ ਕਿੱਥੇ ਕਰਾਂਗੇ, ਜਿੱਥੇ ਜਿਸ ਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਉਸ ਨਾਲ ਸਾਡਾ ਰਿਲੇਸ਼ਨ ਹੈ ਜੋ ਇਨਫੋਰਮਲ ਹੈ, ਜਿਵੇਂ ਕਿ ਸਾਡੇ ਪੈਰੈਂਟਸ ਹੁੰਦੇ ਨੇ, ਸਾਡੇ ਭੈਣ ਭਰਾ ਹੁੰਦੇ ਨੇ ਜਾਂ ਸਾਡੇ ਦੋਸਤ ਮਿੱਤਰ ਹੁੰਦੇ ਨੇ, ਤਾਂ ਉੱਥੇ ਅਸੀਂ ਕੈਨ ਯੂਜ਼ ਕਰਾਂਗੇ, ਉੱਥੇ ਅਸੀਂ ਫਰੈਂਡਲੀ ਰਿਕੁਐਸਟ ਕਰ ਸਕਦੇ ਹਾਂ। ਪਰ ਜੇ ਅਸੀਂ ਕਿਸੇ ਨੂੰ ਫਾਰਮਲੀ ਰਿਕੁਐਸਟ ਕਰ ਰਹੇ ਹਾਂ, ਫਾਰਮਲੀ ਮੀਨਸ ਜੋ ਸਾਡੇ ਤੋਂ ਸੀਨੀਅਰ ਹੈ, ਜਿੱਥੇ ਅਸੀਂ ਅਕੋਰਡਿੰਗ ਟੂ ਰੂਲਸ ਐਂਡ ਰੈਗੂਲੇਸ਼ਨਸ ਅਕੋਰਡਿੰਗ ਚੱਲਦੇ ਹਾਂ, ਜਿਵੇਂ ਕਿ ਅਸੀਂ ਆਪਣੇ ਟੀਚਰਸ ਨੂੰ ਰਿਕੁਐਸਟ ਕਰਨੀ ਆ, ਤਾਂ ਉੱਥੇ ਕੀ ਹੈ, ਅਸੀਂ ਕੁਡ ਯੂਜ਼ ਕਰਾਂਗੇ। ਜਿਵੇਂ ਕਿ ਹੁਣ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ, ਕੈਨ ਆਈ ਟੇਕ ਯੂਰ ਸਕੂਟਰ, ਕਿ ਮੈਂ ਤੁਹਾਡਾ ਸਕੂਟਰ ਲੈ ਸਕਦਾ, ਤਾਂ ਇੱਥੇ ਇਹ ਇੱਕ ਫਰੈਂਡਲੀ ਰਿਕੁਐਸਟ ਹੈ, ਅਸੀਂ ਸਕੂਟਰ ਆਪਣੇ ਕਿਸੇ ਦੋਸਤ ਤੋਂ ਵੀ ਮੰਗ ਸਕਦੇ ਹਾਂ। ਨੈਕਸਟ ਦੇਖੋ, ਕੁਡ ਆਈ ਟਾਕ ਟੂ ਮਿਸਟਰ ਸ਼ੁਕਲਾ, ਇੱਥੇ ਅਸੀਂ ਫਾਰਮਲੀ ਰਿਕੁਐਸਟ ਕਰ ਰਹੇ ਹਾਂ ਕਿ ਕੀ ਮੈਂ ਸ਼ੁਕਲਾ ਜੀ ਨਾਲ ਗੱਲ ਕਰ ਸਕਦਾ, ਤਾਂ ਇੱਥੇ ਅਸੀਂ ਕੁਡ ਯੂਜ਼ ਕੀਤਾ। ਨੋਟ, ਬੋਥ ਏਬਲ ਟੂ ਐਂਡ ਕੁਡ ਕੈਨ ਸ਼ੋ ਕੈਪੈਸਿਟੀ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ, ਜਦੋਂ ਕੋਈ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਹੈ ਤਾਂ ਇਸ ਤਰ੍ਹਾਂ ਦੇ ਸੁਪਰਫਲੂਅਸ ਸਟੇਟਮੈਂਟਸ ਪਾਈਆਂ ਜਾਂਦੀਆਂ ਨੇ, ਤਾਂ ਅਸੀਂ ਇਹ ਫਾਈਂਡ ਆਊਟ ਕਰਨੀਆਂ ਹੁੰਦੀਆਂ ਕਿ ਕਿੱਥੇ ਐਰਰ ਹੈ। ਜਿਵੇਂ ਕਿ ਏਬਲ ਟੂ ਤੇ ਕੁਡ ਐਂਡ ਕੈਨ, ਇਹਨਾਂ ਦਾ ਮੀਨਿੰਗ ਕੀ ਹੈ, ਕੈਪੈਸਿਟੀ, ਤਾਂ ਕਦੇ ਵੀ ਇਹ ਵਾਕ ਦੇ ਵਿੱਚ ਇਕੱਠੇ ਨਹੀਂ ਆਉਣਗੇ। ਹੈਂਸ ਦੇ ਆਰ ਨੈਵਰ ਯੂਜ਼ ਟੂਗੈਦਰ ਇਨ ਅ ਸੈਂਟੈਂਸ, ਇਹ ਇੱਕ ਵਾਕ ਦੇ ਵਿੱਚ ਕਦੇ ਵੀ ਇਹ ਵਰਡਸ ਇਕੱਠੇ ਯੂਜ਼ ਨਹੀਂ ਹੋਣਗੇ। ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਦੱਸਿਆ ਗਿਆ, ਆਈ ਕੈਨੋਟ ਬੀ ਏਬਲ ਟੂ ਕਮ ਟੂਮਾਰੋ, this one is totally wrong sentence, ਕਿਉਂਕਿ ਅਸੀਂ cannot be ਲਗਾਤਾ ਤੇ able ਵੀ ਲਗਾਤਾ, ਦੋਵਾਂ ਦਾ ਮੀਨਿੰਗ ਹੀ ਸੇਮ ਹੈ, ਤਾਂ ਇਹ ਇੱਕ superfluous sentence ਬਣ ਜਾਂਦਾ ਹੈ। superfluous means, the word superfluous means more than required, ਕਿ ਵਾਕ ਦੇ ਵਿੱਚ ਇਹਨਾਂ ਸ਼ਬਦਾਂ ਦੀ ਲੋੜ ਨਹੀਂ ਸੀ, ਅਸੀਂ ਲੋੜ ਤੋਂ ਜ਼ਿਆਦਾ ਸ਼ਬਦ ਯੂਜ਼ ਕੀਤੇ ਹੈ। ਜਿਵੇਂ ਕਿ ਅਸੀਂ ਇੱਥੇ cannot ਵੀ ਲਗਾਤਾ ਤੇ ਏਬਲ ਵੀ ਲਗਾਤਾ, ਤਾਂ ਇਹ ਰੋਂਗ ਸੈਂਟੈਂਸ ਬਣ ਗਿਆ। ਤਾਂ ਕਰੈਕਟ ਸੈਂਟੈਂਸਿਸ ਕੀ ਹੋਣਗੇ, ਆਈ ਕੈਨੋਟ ਕਮ ਟੂਮਾਰੋ, ਦਿਸ ਵਨ ਇਜ਼ ਰਾਈਟ ਸੈਂਟੈਂਸ। ਆਈ ਵਿਲ ਨਾਟ ਬੀ ਏਬਲ ਟੂ ਕਮ ਟੂਮਾਰੋ, ਜੇ ਅਸੀਂ ਏਬਲ ਨਾਲ ਬਣਾਵਾਂਗੇ ਤਾਂ ਵੀ ਇਹ ਇੱਕ ਸਹੀ ਸੈਂਟੈਂਸ ਹੋਵੇਗਾ।
हाँ जी, ਅੱਗੇ ਅਸੀਂ ਕਰਾਂਗੇ ਅਗਲੇ ਮੋਡਲਸ ਜੋ ਨੇ ਮੇ, ਮਾਈਟ ਐਂਡ ਮਸਟ। ਇਹਨਾਂ ਤਿੰਨਾਂ ਵਿੱਚ ਕੀ ਫਰਕ ਹੁੰਦਾ ਹੈ ਤੇ ਕੀ ਮੀਨਿੰਗ ਹੁੰਦਾ ਹੈ, ਇਹ ਆਪਾਂ ਹੁਣ ਡਿਟੇਲ ਦੇ ਵਿੱਚ ਕਰਾਂਗੇ। ਰੂਲ 1, ਮੇ ਸ਼ੋਜ਼ ਪੋਸੀਬਿਲਿਟੀ। ਪੋਸੀਬਿਲਿਟੀ ਮੀਨਸ ਕੀ ਹੁੰਦਾ ਜੀ? ਸੰਭਾਵਨਾ। ਜਦੋਂ ਕਿਸੇ ਕੰਮ ਦੇ ਹੋਣ ਦੀ ਸੰਭਾਵਨਾ ਹੋਵੇ ਤਾਂ ਉੱਥੇ ਅਸੀਂ ਮੇ ਯੂਜ਼ ਕਰਾਂਗੇ। ਐਗਜ਼ਾਮਪਲ, ਇਟ ਮੇ ਰੇਨ ਟੂਨਾਈਟ। ਜੇ ਸਾਨੂੰ ਅਸਮਾਨ ਦੇ ਵਿੱਚ ਬੱਦਲ ਦਿਖਦੇ, ਅਸੀਂ ਕਹਿੰਦੇ ਹਾਂ ਕਿ ਅੱਜ ਤਾਂ ਮੀਂਹ ਆਉਣ ਦੀ ਸੰਭਾਵਨਾ ਹੈ, ਤਾਂ ਇਹੀ ਲਿਖਿਆ ਕਿ ਅੱਜ ਰਾਤ ਮੀਂਹ ਆ ਸਕਦਾ, ਤਾਂ ਇੱਥੇ ਅਸੀਂ ਮੇ ਯੂਜ਼ ਕੀਤਾ ਕਿਉਂਕਿ ਇਸ ਦੀ ਸੰਭਾਵਨਾ ਹੈ। ਰੂਲ 2, ਮੇ ਐਕਸਪ੍ਰੈਸਿਸ ਵਿਲਿੰਗਨੈਸ ਇਨ ਐਨ ਆਪਟੇਟਿਵ ਸੈਂਟੈਂਸ। ਤਾਂ ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਆਪਟੇਟਿਵ ਕੀ ਹੁੰਦਾ ਜੀ? ਐਕਸਪ੍ਰੈਸਿੰਗ ਅ ਵਿਸ਼। ਤੁਸੀਂ ਆਪਦੀ ਕੋਈ ਵਿਸ਼, ਕੋਈ ਇੱਛਾ ਜ਼ਾਹਿਰ ਕੀਤੀ ਹੈਗੀ ਤਾਂ ਉਸਦੇ ਵਿੱਚ ਆਪਦੀ ਵਿਲਿੰਗਨੈਸ ਦੱਸਣੀ ਹੈ, ਤਾਂ ਉੱਥੇ ਵੀ ਅਸੀਂ ਮੇ ਲਗਾਉਂਦੇ ਹਾਂ। ਮੇ ਯੂ ਲਿਵ ਲੌਂਗ, ਕਿ ਤੁਹਾਡੀ ਲੰਬੀ ਉਮਰ ਹੋਵੇ, ਤਾਂ ਇੱਥੇ ਵੀ ਅਸੀਂ ਵਿਸ਼ ਮੰਗ ਰਹੇ ਹਾਂ ਤਾਂ ਇੱਥੇ ਅਸੀਂ ਮੇ ਯੂਜ਼ ਕੀਤਾ। ਰੂਲ 3, we use may in subordinate clause if principal clause is in present tense। ਕਿ ਜੇ subordinate clause ਹੈ ਜਿਹੜਾ, ਉਸ ਦੇ ਵਿੱਚ ਅਸੀਂ may यूज़ ਕਰਾਂਗੇ ਜੇ ਉਸ ਵਾਕ ਦੇ ਵਿੱਚ ਜੋ ਪ੍ਰਿੰਸੀਪਲ ਕਲੌਜ਼ ਹੈ ਉਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੋਵੇ। And the subordinate clause starts with that, so that, in order that, and the subordinate clause denotes a purpose। ਤੇ ਜੋ ਉਹ subordinate clause ਹੈ ਉਹ that, so that ਜਾਂ in order that ਦੇ ਨਾਲ ਸ਼ੁਰੂ ਹੋ ਰਿਹਾ ਹੈ ਤੇ ਉਸ ਦੇ ਵਿੱਚ ਕੋਈ purpose ਦੱਸਿਆ ਗਿਆ ਹੈ, ਤਾਂ ਉੱਥੇ ਕੀ ਹੈ? ਅਸੀਂ may यूज़ ਕਰਾਂਗੇ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ, we eat so that we may live। ਕਿ ਹੁਣ ਅੱਗੇ so that ਲੱਗਿਆ ਹੋਇਆ ਜੀ, ਤਾਂ ਪਿੱਛੇ ਅਸੀਂ may ਲਗਾਵਾਂਗੇ। ਰੂਲ 4, might shows less possibility। ਹੁਣ ਇੱਥੇ ਸਾਨੂੰ ਕੰਪੈਰੀਜ਼ਨ ਪਤਾ ਲੱਗਦਾ ਹੈ ਕਿ ਜੋ may ਸੀ ਉਹ ਪੋਸੀਬਿਲਿਟੀ ਹੈ, ਤੇ ਜੋ might ਵਰਡ ਹੈ ਇਹ ਕਿਸ ਨੂੰ ਸ਼ੋ ਕਰਦਾ? ਲੈਸ ਪੋਸੀਬਿਲਿਟੀ। ਕਿਸੇ ਕੰਮ ਦੇ ਹੋਣ ਦੀ ਸੰਭਾਵਨਾ ਜਦੋਂ ਘੱਟ ਹੁੰਦੀ ਹੈ ਤਾਂ ਇੱਥੇ ਅਸੀਂ might यूज़ ਕਰਦੇ ਹਾਂ। may ਕਿੱਥੇ ਲੱਗਦਾ ਜੀ? ਐਕਸਪ੍ਰੈਸਿਸ ਪੋਸੀਬਿਲਿਟੀ, ਨੀਦਰ ਲੋ ਨੋਰ ਹਾਈ। ਤਾਂ ਜੋ ਇੱਕ ਆਮ ਪੋਸੀਬਿਲਿਟੀ ਹੈ, ਸੰਭਾਵਨਾ ਹੈ, ਨਾ ਹੀ ਉਹ ਲੋ ਹੈ ਤੇ ਨਾ ਹੀ ਉਹ ਹਾਈ ਹੈ, ਤਾਂ ਉੱਥੇ ਅਸੀਂ may ਐਕਸਪ੍ਰੈਸ ਕਰਾਂਗੇ ਜੋ ਕਾਮਨ ਜੀ ਜਦੋਂ ਅਸੀਂ ਗੱਲ ਕਰਦੇ ਹਾਂ। ਐਗਜ਼ਾਮਪਲਸ, he might pass the exam but seeing he is intelligent I don't have much hope। ਕਿ ਉਹ ਐਗਜ਼ਾਮ ਤਾਂ ਪਾਸ ਕਰ ਸਕਦਾ ਹੈ ਪਰ ਉਸਦੀ ਇੰਟੈਲੀਜੈਂਸ ਦੇਖ ਕੇ ਲੱਗਦਾ ਹੈ ਕਿ ਵੀ ਉਸਦੀ ਇੰਟੈਲੀਜੈਂਸ ਦੇਖ ਕੇ ਮੈਨੂੰ ਜ਼ਿਆਦਾ ਉਮੀਦ ਨਹੀਂ ਹੈ ਉਸ ਤੋਂ, ਤਾਂ ਇੱਥੇ ਕੀ ਹੈ? ਲੈਸ ਪੋਸੀਬਿਲਿਟੀ ਆ ਉਸਦੇ ਪਾਸ ਹੋਣ ਦੀ ਕਿਉਂਕਿ ਉਹ ਇੰਨਾ ਇੰਟੈਲੀਜੈਂਟ ਨਹੀਂ ਆ। ਇਟ ਮੇ ਰੇਨ ਟੂਨਾਈਟ, ਕਿ ਅੱਜ ਰਾਤ ਮੀਂਹ ਆ ਸਕਦਾ ਹੈ, ਇੱਕ ਆਮ ਜਿਹੀ ਸੰਭਾਵਨਾ ਇਸ ਦੇ ਵਿੱਚ ਕੀ ਹੈ? ਵਿਅਕਤ ਕੀਤੀ ਗਈ ਹੈ। ਰੂਲ 5, ਹੁਣ ਅਸੀਂ ਮਸਟ ਦੀ ਗੱਲ ਕਰਾਂਗੇ ਜੀ ਕਿ ਮਸਟ ਕਿੱਥੇ ਲੱਗਦਾ ਹੈ? ਇਟ ਸ਼ੋਜ਼ ਗ੍ਰੇਟਰ ਪੋਸੀਬਿਲਿਟੀ, ਕਿ ਆਮ ਨਾਲੋਂ ਜ਼ਿਆਦਾ ਪੋਸੀਬਿਲਿਟੀ ਹੈ ਕਿਸੇ ਕੰਮ ਦੇ ਹੋਣ ਦੀ। ਹੀ ਸਟੇਜ਼ ਇਨ 5-star hotels and travels by air, he must be rich। ਕਿ ਉਹ 5-star ਹੋਟਲਸ ਦੇ ਵਿੱਚ ਰਹਿ ਰਿਹਾ, ਬਾਈ ਏਅਰ ਉਹ ਟਰੈਵਲ ਕਰ ਰਿਹਾ, ਤਾਂ ਦੇਖ ਕੇ ਤਾਂ ਇਦਾਂ ਹੀ ਪ੍ਰਤੀਤ ਹੁੰਦਾ ਕਿ ਉਹ ਪੱਕਾ ਕੀ ਹੈ? ਬਹੁਤ ਅਮੀਰ ਹੋਵੇਗਾ। ਤਾਂ ਇਹ ਜੋ ਚੀਜ਼ਾਂ ਨੇ ਇਹ ਸਾਨੂੰ ਗ੍ਰੇਟਰ ਪੋਸੀਬਿਲਿਟੀ ਸ਼ੋ ਕਰ ਰਹੀਆਂ ਨੇ ਕਿ ਉਹ ਇੱਕ ਅਮੀਰ ਹੈ, ਤਾਂ ਇੱਥੇ ਅਸੀਂ ਇਸ ਲਈ ਮਸਟ ਯੂਜ਼ ਕੀਤਾ। ਰੂਲ 6, when may shows respect request it is always used in interrogative form। ਕਿ ਜਦੋਂ ਅਸੀਂ ਵਾਕ ਦੇ ਵਿੱਚ may ਲਗਾ ਕੇ ਰਿਸਪੈਕਟ ਸ਼ੋ ਕਰਨੀ ਆ ਜਾਂ ਅਸੀਂ ਕਿਸੇ ਨੂੰ ਰਿਕੁਐਸਟ ਕਰ ਰਹੇ ਹਾਂਗੇ ਤਾਂ ਉੱਥੇ ਅਸੀਂ ਕੀ ਲਾਵਾਂਗੇ ਜੀ? ਇਹ ਇੰਟੈਰੋਗੇਟਿਵ ਫਾਰਮ ਦੇ ਵਿੱਚ ਉਹ ਵਾਕ ਹੋਵੇਗਾ। ਜਿਵੇਂ ਕਿ ਅਸੀਂ ਕਹਿੰਦੇ ਹਾਂ ਮੇ ਆਈ ਕਮ ਇਨ, ਕੀ ਮੈਂ ਅੰਦਰ ਆ ਜਾ, ਤਾਂ ਇਹ ਅਸੀਂ ਰਿਕੁਐਸਟ ਕਰ ਰਹੇ ਹਾਂ। ਨੋਟ, ਪੋਸੀਬਲੀ ਲਾਈਕਲੀ ਇਜ਼ ਨੈਵਰ ਯੂਜ਼ਡ ਵਿਦ ਮੇ। ਇਹ ਹੁਣ ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਜੋ ਪੋਸੀਬਲੀ ਹੈ, ਲਾਈਕਲੀ ਹੈ ਜਾਂ ਮੇ ਵਰਡ ਹੈ, ਇਹਨਾਂ ਤਿੰਨਾਂ ਦਾ ਮੀਨਿੰਗ ਹੀ ਸੰਭਾਵਨਾ ਹੁੰਦਾ, ਤਾਂ ਕਦੇ ਵੀ ਇਹ ਵਾਕ ਦੇ ਵਿੱਚ ਇਕੱਠੇ ਨਹੀਂ ਆਉਂਦੇ। ਐਗਜ਼ਾਮਪਲਸ, ਹੀ ਮੇ ਪੋਸੀਬਲੀ ਕਮ ਟੂਮਾਰੋ, ਤਾਂ ਹੁਣ ਮੇ ਤੇ ਪੋਸੀਬਲੀ ਇਕੱਠਾ ਕਦੇ ਵੀ ਵਾਕ ਦੇ ਵਿੱਚ ਨਹੀਂ ਆਵੇਗਾ, ਦੈਟਸ ਵਾਈ ਇਟਸ ਅ ਰੋਂਗ ਸੈਂਟੈਂਸ। ਤੇ
ਪੇਪਰ ਦੇ ਵਿੱਚ ਵੀ ਕੁਐਸਚਨ ਇਸੇ ਤਰ੍ਹਾਂ ਹੀ ਕਵਰ ਹੋਣਗੇ ਇਸ ਚੈਪਟਰ ਦੇ ਵਿੱਚੋਂ, ਤਾਂ ਇਹ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਪੈਣਗੀਆਂ। ਦਿਸ ਸੈਂਟੈਂਸ ਇਜ਼ ਸੁਪਰਫਲੂਅਸ, ਇਹ ਇੱਕ ਸੁਪਰਫਲੂਅਸ ਸੈਂਟੈਂਸ ਹੈ, ਤਾਂ ਇਹ ਰੋਂਗ ਸੈਂਟੈਂਸ ਹੈ। He may come tomorrow, this one is right sentence। ਜੇ ਅਸੀਂ ਇਸ ਵਾਕ ਨੂੰ possibly ਨਾਲ ਬਣਾਉਣਾ ਚਾਹੁੰਦੇ ਹਾਂ ਤਾਂ ਉਹ ਕਿਵੇਂ ਆਏਗਾ? He will possibly come tomorrow, this one is also right sentence। ਤਾਂ ਅੱਗੇ ਅਸੀਂ ਕਰਾਂਗੇ shall and will, ਇਹ ਵੀ ਮੋਡਾਲਸ ਨੇ। ਤਾਂ shall ਤੇ will ਦਾ ਯੂਜ਼ ਕਿੱਥੇ ਕਿੱਥੇ ਹੁੰਦਾ ਹੈ ਤੇ ਇਹਨਾਂ ਦੇ ਵਾਕ ਦੇ ਵਿੱਚ ਆਉਣ ਨਾਲ ਵਾਕ ਦਾ ਕਿਵੇਂ ਮੀਨਿੰਗ ਬਦਲ ਜਾਂਦਾ ਹੈ, ਇਹ ਹੁਣ ਅਸੀਂ ਡਿਟੇਲ ਦੇ ਵਿੱਚ ਕਰਾਂਗੇ। Shall is used with first person I and we in future tense। कि future tense ਦੇ ਵਿੱਚ ਕੀ ਹੈ? first person I ਤੇ we ਨਾਲ shall ਲੱਗਦਾ ਹੈ। all the other persons take will। ਤੇ ਬਾਕੀ ਜੋ second person ਜਿਵੇਂ you, your ਤੇ third person he, she, it ਜਾਂ ਕਿਸੇ ਦਾ ਨਾਮ ਹੈ, ਉਹਨਾਂ ਨਾਲ ਅਸੀਂ ਕੀ ਲਗਾਵਾਂਗੇ ਜੀ? will। ਇਹ ਚੀਜ਼ ਸ਼ਾਇਦ ਅਸੀਂ ਸਭ ਨੇ ਪਹਿਲਾਂ ਕੀਤੀ ਹੀ ਹੋਵੇਗੀ। Example, I shall go to college tomorrow and he will come with me। ਤਾਂ ਇੱਥੇ ਅਸੀਂ ਦੇਖਿਆ I ਦੇ ਨਾਲ ਅਸੀਂ shall ਲਗਾਇਆ, he ਦੇ ਨਾਲ ਅਸੀਂ will ਲਗਾਇਆ, ਤੇ ਇਹ ਇੱਕ future tense ਹੈ। In modern English, will can be used with I and we, but in interrogative sentences, we must use only shall with I and we। but ਜੋ ਹੁਣ modern English ਹੈ ਸਮੇਂ ਦੇ ਨਾਲ ਜੋ change ਹੋ ਰਹੀ ਹੈ, ਅਪਡੇਟ ਹੋ ਰਹੀ ਹੈ, ਤਾਂ ਇੱਥੇ ਅਸੀਂ will ਕੀ ਹੈ ਫਸਟ ਪਰਸਨ ਨਾਲ ਵੀ ਯੂਜ਼ ਕਰ ਸਕਦੇ ਹਾਂ, ਪਰੰਤੂ ਓਨਲੀ ਇੰਟੈਰੋਗੇਟਿਵ ਸੈਂਟੈਂਸਿਸ ਦੇ ਵਿੱਚ ਵੀ ਮਸਟ ਯੂਜ਼ ਓਨਲੀ ਸ਼ੈਲ ਵਿਦ ਆਈ ਐਂਡ ਵੀ, ਤੇ ਸ਼ੈਲ ਆਈ ਤੇ ਵੀ ਨਾਲ ਲੱਗਦਾ ਹੈ। ਐਗਜ਼ਾਮਪਲਸ, will I go, ਇਹ ਰੋਂਗ ਸੈਂਟੈਂਸ ਹੈ। ਸਹੀ ਕੀ ਹੋਵੇਗਾ ਜੀ? shall I go, ਕਿਉਂਕਿ ਇੱਕ ਇੰਟੈਰੋਗੇਟਿਵ ਸੈਂਟੈਂਸ ਹੈ ਤਾਂ ਅਸੀਂ ਇੱਥੇ shall ਲਗਾਇਆ। ਤੇ ਐਗਜ਼ਾਮ ਦੇ ਵਿੱਚ ਵੀ ਇਦਾਂ ਹੀ ਆਉਂਦਾ ਹੈ, ਉੱਥੇ will I go ਆਏਗੀ ਜੋ ਸਟੇਟਮੈਂਟ ਹੋਏਗੀ, ਤਾਂ ਅਸੀਂ ਧਿਆਨ ਰੱਖਾਂਗੇ ਕਿ ਇੱਥੇ ਕੀ ਹੈ I ਤੇ ਵੀ ਨਾਲ shall ਲੱਗਦਾ ਹੈ। ਨੋਟ, shall is used with second person you, third person he, she, it, they to denote command, promise, threat, determination, compulsion and advice। ਕਿ ਜੋ shall ਹੈ ਉਹ ਸੈਕਿੰਡ ਪਰਸਨ you ਤੇ ਥਰਡ ਪਰਸਨ he, she, it ਨਾਲ ਵੀ ਯੂਜ਼ ਹੋ ਸਕਦਾ ਹੈ, ਬਟ ਉੱਥੇ ਇਹ ਕਿਸ ਚੀਜ਼ ਨੂੰ ਡਿਨੋਟ ਕਰੇਗਾ ਵਾਕ ਦੇ ਵਿੱਚ? ਕਿ ਕੋਈ ਕਮਾਂਡ, ਕੋਈ ਹੁਕਮ ਦਿੱਤਾ ਗਿਆ, ਕੀਤਾ ਗਿਆ, ਕੋਈ ਪ੍ਰੋਮਿਸ ਕਰ ਰਿਹਾ ਹੈ, ਵਾਅਦਾ ਕਰ ਰਿਹਾ ਹੈ, ਕੋਈ ਥ੍ਰੈਟ, ਕੋਈ ਧਮਕੀ ਦੇ ਰਿਹਾ ਹੈ, ਡਿਟਰਮੀਨੇਸ਼ਨ, ਕੋਈ ਪੱਕਾ ਇਰਾਦਾ ਸ਼ੋ ਕਰ ਰਿਹਾ ਹੈ, ਕੰਪਲਸ਼ਨ, ਕੋਈ ਮਜਬੂਰੀ ਹੈ, ਐਡਵਾਈਸ, ਅਸੀਂ ਕਿਸੇ ਨੂੰ ਐਡਵਾਈਸ ਦਿੱਤੀ ਹੈ, ਸਲਾਹ ਦਿੱਤੀ ਹੈ ਵਾਕ ਦੇ ਵਿੱਚ, ਤਾਂ ਉੱਥੇ ਅਸੀਂ ਸ਼ੈਲ ਕੀ ਹੈ ਸੈਕਿੰਡ ਤੇ ਥਰਡ ਪਰਸਨ ਨਾਲ ਯੂਜ਼ ਕਰਾਂਗੇ। will is used with I and we in similar cases। ਤੇ ਇਸੇ ਤਰ੍ਹਾਂ ਹੀ will ਅਸੀਂ ਫਸਟ ਪਰਸਨ ਨਾਲ ਯੂਜ਼ ਕਰ ਸਕਦੇ ਹਾਂ, ਤਾਂ ਉੱਥੇ ਵੀ ਵਾਕ ਦੇ ਵਿੱਚ ਕੀ ਹੈ ਇਹੀ ਚੀਜ਼ਾਂ ਕੀ ਹੈ ਡਿਨੋਟ ਹੋਣਗੀਆਂ। ਐਗਜ਼ਾਮਪਲਸ, ਕਮਾਂਡ, you shall leave the room at once, ਤੁਸੀਂ ਇੱਕਦਮ ਰੂਮ ਚੋਂ ਬਾਹਰ ਚਲੇ ਜਾਓ, ਤਾਂ ਇੱਥੇ ਕਿਸੇ ਨੇ ਹੁਕਮ ਦਿੱਤਾ ਹੈ, ਤਾਂ ਇੱਥੇ ਕੀ ਹੈ ਸੈਕਿੰਡ ਪਰਸਨ you ਨਾਲ ਅਸੀਂ shall ਲਗਾਇਆ ਹੋਇਆ ਤੇ ਇਹ ਇੱਕ ਕਮਾਂਡ ਦਾ ਕੰਮ ਕਰ ਰਿਹਾ। B, promise, you shall be awarded, I will help you come what may, ਕਿ ਮੈਂ ਤੁਹਾਡੀ ਹਮੇਸ਼ਾ ਮਦਦ ਕਰਾਂਗਾ ਕੁਝ ਵੀ ਹੋਵੇ, ਤਾਂ ਇੱਥੇ ਉਹ ਇੱਕ ਪ੍ਰੋਮਿਸ ਕਰ ਰਿਹਾ, ਤਾਂ ਅਸੀਂ you ਨਾਲ shall ਲਗਾਇਆ ਤੇ I ਨਾਲ ਅਸੀਂ will ਲਗਾਇਆ। ਥ੍ਰੈਟ, ਕਿ ਕਿਤੇ ਧਮਕੀ ਦਿੱਤੀ ਗਈ ਹੈ, trespassers shall be prosecuted। trespassers ਹੁੰਦੇ ਨੇ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਜਦੋਂ ਅਸੀਂ ਕਿਸੇ ਦੀ ਜ਼ਮੀਨ ਦੇ ਵਿੱਚੋਂ ਲੰਘਦੇ ਹਾਂ, that is called trespassers। shall be prosecuted means ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ, ਤਾਂ ਇਹ ਇੱਕ ਧਮਕੀ ਹੋਈ ਹੈ। I will punish you, ਮੈਂ ਤੁਹਾਨੂੰ ਸਜ਼ਾ ਦੇਵਾਂਗਾ, ਇੱਥੇ ਅਸੀਂ I ਨਾਲ will ਲਗਾਇਆ ਤਾਂ ਇੱਥੇ ਇਹ ਇੱਕ ਥ੍ਰੈਟ ਹੈਗੀ। D, ਡਿਟਰਮੀਨੇਸ਼ਨ, ਕਿ ਜਦੋਂ ਸਾਡੇ ਅੰਦਰ ਕਿਸੇ ਕੰਮ ਕਰਨ ਲਈ ਪੱਕਾ ਇਰਾਦਾ ਹੋਵੇ। I will work hard and score good marks, ਕਿ ਮੈਂ ਸਖਤ ਮਿਹਨਤ ਕਰਾਂਗਾ ਤੇ ਗੁੱਡ ਮਾਰਕਸ ਲੈ ਕੇ ਜਾਵਾਂਗਾ, ਤਾਂ ਇਹ ਉਸਦੇ ਡਿਟਰਮੀਨੇਸ਼ਨ ਨੂੰ ਸ਼ੋ ਕਰ ਰਿਹਾ ਹੈ, ਤਾਂ ਇੱਥੇ ਅਸੀਂ I ਦੇ ਨਾਲ ਫਸਟ ਪਰਸਨ ਨਾਲ ਕੀ ਹੈ will ਲਗਾਇਆ। E, compulsion means ਮਜਬੂਰੀ, you shall be here for the meeting, I will finish this work by tomorrow, ਕਿ ਮੈਨੂੰ ਇਹ ਕੰਮ ਕੱਲ ਤੱਕ ਖਤਮ ਕਰਨਾ ਹੀ ਪਵੇਗਾ, ਇਹ ਉਸਦੀ ਮਜਬੂਰੀ ਹੈ ਜਾਂ ਇਹ ਕੰਪਲਸ਼ਨ ਹੈ।
Rule 2, imperative sentence beginning with let us or let's will have shall we question tag। ਜੇ ਅਸੀਂ ਇੱਕ ਇੰਪੈਰੇਟਿਵ ਵਾਕ ਜੋ ਕਿ let us ਜਾਂ let's ਦੇ ਨਾਲ ਸ਼ੁਰੂ ਹੋ ਰਿਹਾ ਹੈ ਤਾਂ ਜੇ ਅਸੀਂ ਉਸ ਦਾ ਕੁਐਸਚਨ ਟੈਗ ਬਣਾਉਣਾ ਹੈ ਜੀ ਤਾਂ ਉਹ ਹਮੇਸ਼ਾ shall ਵੀ 'ਚ ਹੋਵੇਗਾ ਨਾ ਕਿ will ਵੀ ਦੇ ਵਿੱਚ। ਜਿਵੇਂ ਕਿ let us dance together shall we, ਤਾਂ ਇੱਥੇ ਅਸੀਂ ਇਸ ਦਾ ਕੁਐਸਚਨ ਟੈਗ ਕੀ ਹੈ shall ਵੀ ਲਗਾਇਆ। Rule 3, shall is used with first person to make a suggestion in interrogative sentence। ਕਿ ਜੇ shall ਇੱਕ ਇੰਟੈਰੋਗੇਟਿਵ ਵਾਕ ਦੇ ਵਿੱਚ ਆ ਰਿਹਾ ਹੈ ਤੇ ਉਹ ਫਸਟ ਪਰਸਨ ਦੇ ਨਾਲ ਆ ਰਿਹਾ ਹੈ ਤਾਂ ਉੱਥੇ ਇਹ ਇੱਕ ਸੁਜੈਸ਼ਨ ਦੇ ਰਿਹਾ ਹੈ, ਸੁਜੈਸ਼ਨ ਦਾ ਕੰਮ ਕਰ ਰਿਹਾ ਹੈ। ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਦੇਖਾਂਗੇ shall we talk to the management, ਤਾਂ ਇੱਥੇ ਇਹ ਇੱਕ ਸੁਜੈਸ਼ਨ ਦੇ ਰਿਹਾ। ਨੋਟ in the following type of sentences shall will is not used। ਕਿ ਜੋ ਅੱਗੇ ਵਾਕ ਦਿੱਤੇ ਗਏ ਨੇ ਟਾਈਪਸ ਦਿੱਤੀਆਂ ਗਈਆਂ ਨੇ ਸੈਂਟੈਂਸ ਦੀਆਂ ਉਹਨਾਂ ਵਿੱਚ ਅਸੀਂ shall ਜਾਂ will ਯੂਜ਼ ਨਹੀਂ ਕਰਾਂਗੇ। ਐਗਜ਼ਾਮਪਲ if the sentence starts with past, ਜੇ ਸੈਂਟੈਂਸ ਕੀ ਆ ਪਾਸਟ ਨਾਲ ਸ਼ੁਰੂ ਹੁੰਦਾ ਭੂਤਕਾਲ ਵਿੱਚ ਸ਼ੁਰੂ ਹੁੰਦਾ he hoped that he would pass, ਹੁਣ ਅੱਗੇ ਪਾਸਟ ਲੱਗਿਆ ਤਾਂ ਅਸੀਂ ਪਿੱਛੇ would ਲਗਾਇਆ ਇੱਥੇ will shall ਨਹੀਂ ਆਵੇਗਾ। if the sentence starts with past then would should is used। ਕਿ ਜੇ ਵਾਕ ਦੇ ਵਿੱਚ ਅੱਗੇ ਪਾਸਟ ਟੈਂਸ ਹੈਗਾ ਭੂਤਕਾਲ ਦੇ ਵਿੱਚ ਕੋਈ ਕੰਮ ਹੋਇਆ ਤਾਂ ਪਿੱਛੇ ਜਾ ਕੇ ਉੱਥੇ would ਜਾਂ should ਲੱਗੇਗਾ ਨਾ ਕਿ will ਜਾਂ shall। This rule is applicable even when modal verb is used in place of will or shall। ਕਿ ਜਿੱਥੇ modal ਜਾਂ verb will shall ਦੀ ਜਗ੍ਹਾ ਤੇ ਲੱਗੀ ਹੈ ਇਹ ਰੂਲ ਅਸੀਂ ਉੱਥੇ ਵੀ ਅਪਲਾਈ ਕਰਾਂਗੇ। Example he said that he was coming, ਹੁਣ ਇੱਥੇ ਅਸੀਂ is coming ਨਹੀਂ ਲਗਾਵਾਂਗੇ ਇੱਥੇ ਅਸੀਂ ਕੀ ਲਗਾਵਾਂਗੇ ਜੀ was coming, ਕਿਉਂਕਿ ਅੱਗੇ ਵੀ ਸੈਂਟੈਂਸ ਦੇ ਵਿੱਚ ਕੀ ਹੈ ਪਾਸਟ ਦੇ ਵਿੱਚ said ਕੀ ਹੈ ਸੈਕਿੰਡ ਫਾਰਮ ਹੈ ਪਾਸਟ ਦੇ ਵਿੱਚ ਗੱਲ ਕੀਤੀ ਗਈ ਹੈ। This rule is not applicable if second part is universal truth, habitual action, journal fact, idiom or phrase। ਇੱਥੇ ਬਹੁਤ ਹੀ ਧਿਆਨ ਦੇ ਕੇ ਸਮਝਣ ਵਾਲੀ ਗੱਲ ਹੈ ਕਿ ਇਹ ਰੂਲ ਐਪਲੀਕੇਬਲ ਨਹੀਂ ਹੋਵੇਗਾ। ਕਿੱਥੇ ਨਹੀਂ ਹੋਵੇਗਾ? ਜਿੱਥੇ ਵਾਕ ਦਾ ਸੈਕਿੰਡ ਪਾਰਟ ਹੈ ਜੋ ਉਹ ਇੱਕ ਯੂਨੀਵਰਸਲ ਟਰੁੱਥ ਹੈ। ਯੂਨੀਵਰਸਲ ਟਰੁੱਥ ਮੀਨਸ ਉਹ ਸੱਚਾਈ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ, ਜਾਂ ਉਹ ਹੈਬਿਚੁਅਲ ਐਕਸ਼ਨ ਹੈ ਜੋ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸਾਡੀ ਹੈਬਿਟ ਹੈ ਉਸ ਦੀ ਗੱਲ ਹੋ ਰਹੀ ਆ, ਜਾਂ ਕੋਈ ਜਰਨਲ ਫੈਕਟ ਹੈ ਜਿਵੇਂ ਸਾਇੰਸ ਦੇ ਫੈਕਟ ਹੁੰਦੇ ਨੇ, ਜਾਂ ਕੋਈ ਈਡੀਅਮ ਜਾਂ ਫਰੇਜ਼ ਹੈ ਜਿਸ ਦੇ ਵਿੱਚ ਕਿ ਕੋਈ ਸੱਚਾਈ ਬਿਆਨ ਕੀਤੀ ਗਈ ਹੈ, ਤਾਂ ਉੱਥੇ ਅਸੀਂ ਸੈਕਿੰਡ ਪਾਰਟ ਦੇ ਉੱਪਰ ਇਹ ਰੂਲ ਲਾਗੂ ਨਹੀਂ ਕਰਾਂਗੇ। ਐਗਜ਼ਾਮਪਲਸ ਹੀ ਸੈਡ ਦੈਟ ਮੈਨ ਇਜ਼ ਨੋਟ ਅ ਮਸ਼ੀਨ, ਇਹ ਇੱਕ ਫੈਕਟ ਹੈ, ਮੈਨ ਮਸ਼ੀਨ ਤਾਂ ਨਹੀਂ ਹੈ ਨਾ, ਉਸਨੇ ਕਿਹਾ ਸੀ ਕਿ ਮੈਨ ਮਸ਼ੀਨ ਨਹੀਂ ਹੈ। ਆਲਦੋ ਕਿ ਅੱਗੇ ਅਸੀਂ ਪਾਸਟ ਟੈਂਸ ਯੂਜ਼ ਕਰ ਰਹੇ ਹਾਂ ਤਾਂ ਪਿੱਛੇ ਇੱਥੇ ਅਸੀਂ ਇਜ਼ ਹੀ ਲਗਾਵਾਂਗੇ, ਪ੍ਰੈਜ਼ੈਂਟ ਹੀ ਲਗਾਵਾਂਗੇ। Our teacher said that honesty is the best policy। ਸਾਨੂੰ ਪਤਾ ਹੈ ਕਿ ਇਮਾਨਦਾਰੀ ਚੰਗੀ ਨੀਤੀ ਹੈ, ਇੱਕ ਕਹਾਵਤ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਆਲਦੋ ਕਿ ਅੱਗੇ ਸੈਡ ਲੱਗਿਆ ਪਾਸ ਲੱਗਿਆ ਤਾਂ ਪਿੱਛੇ ਅਸੀਂ ਇਜ਼ ਹੀ ਯੂਜ਼ ਕਰਾਂਗੇ। If two actions take place in future one after the other and the first action depends on the second, ਕਿ ਜੇ ਫਿਊਚਰ ਦੇ ਵਿੱਚ ਦੋ ਐਕਸ਼ਨਸ ਇਕੱਠੇ ਹੋ ਰਹੇ ਨੇ ਇੱਕ ਤੋਂ ਬਾਅਦ ਦੂਜਾ ਤਾਂ ਜੋ ਫਰਸਟ ਐਕਸ਼ਨ ਹੈ ਉਹ ਸੈਕਿੰਡ ਤੇ ਡਿਪੈਂਡ ਹੁੰਦਾ ਹੈ। The first action will be in simple present tense, ਤਾਂ ਜੋ ਫਰਸਟ ਐਕਸ਼ਨ ਹੈ ਉਹ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਹੋਵੇਗਾ ਤੇ ਜੋ ਸੈਕਿੰਡ ਐਕਸ਼ਨ ਹੈ will be in simple future tense। ਇਹ ਯਾਦ ਰੱਖਣ ਵਾਲੀ ਗੱਲ ਹੈ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਿ ਜੇ ਦੋ ਐਕਸ਼ਨ ਇਕੱਠੇ ਹੋ ਰਹੇ ਨੇ ਇੱਕ ਤੋਂ ਬਾਅਦ ਦੂਸਰਾ ਤੇ ਦੂਸਰਾ ਐਕਸ਼ਨ ਪਹਿਲੇ ਤੇ ਡਿਪੈਂਡ ਹੈ ਤਾਂ ਜੋ ਫਰਸਟ ਐਕਸ਼ਨ ਹੈ ਉੱਥੇ ਅਸੀਂ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਕਰਾਂਗੇ ਤੇ ਜੋ ਸੈਕਿੰਡ ਟੈਂਸ ਹੈ ਉੱਥੇ ਅਸੀਂ ਸਿੰਪਲ ਫਿਊਚਰ ਟੈਂਸ ਯੂਜ਼ ਕਰਾਂਗੇ। ਐਗਜ਼ਾਮਪਲਸ ਆਰ ਹੀਅਰ ਇਫ ਆਈ ਵਿਲ ਕਮ I will meet you, this one is wrong sentence, right one is if I come I will meet you। ਤਾਂ ਹੁਣ ਇੱਥੇ ਅਸੀਂ ਅੱਗੇ ਜੋ ਫਰਸਟ ਐਕਸ਼ਨ ਹੈਗਾ if I come
ਕਿ ਇੱਥੇ ਅਸੀਂ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਕੀਤਾ, ਇੱਥੇ ਅਸੀਂ ਵਰਬ ਦੀ ਫਸਟ ਫਾਰਮ ਲਗਾਈ ਆ। ਆਈ ਵਿਲ ਮੀਟ ਯੂ, ਇੱਥੇ ਅਸੀਂ ਸਿੰਪਲ ਫਿਊਚਰ ਟੈਂਸ ਯੂਜ਼ ਕੀਤਾ ਕਿਉਂਕਿ ਇੱਥੇ ਅਸੀਂ ਵਿਲ ਨਾਲ ਵਰਬ ਦੀ ਫਸਟ ਫਾਰਮ ਲਗਾਈ ਹੈ। ਇਹ ਜੋ ਕਨਫਿਊਜ਼ਨ ਨੇ ਇਹ ਅਸੀਂ ਨੈਕਸਟ ਜੋ 10th ਚੈਪਟਰ ਆ ਉਸ ਦੇ ਵਿੱਚ ਵੀ ਕਲੀਅਰ ਕਰਾਂਗੇ। ਦੋਜ਼ ਹੂ ਵਰਕ ਹਾਰਡ ਵਿਲ ਪਾਸ ਦ ਐਗਜ਼ਾਮ। ਹੁਣ ਇੱਥੇ ਇਹ ਨਹੀਂ ਆ ਜੇ ਕਿ ਪਿੱਛੇ ਫਿਊਚਰ ਲੱਗਿਆ ਤਾਂ ਅਸੀਂ ਅੱਗੇ ਵੀ ਫਿਊਚਰ ਲਗਾਵਾਂਗੇ, ਨੋ, ਇੱਥੇ ਅਸੀਂ ਸਿੰਪਲ ਪ੍ਰੈਜ਼ੈਂਟ ਟੈਂਸ ਲਗਾਵਾਂਗੇ ਪਹਿਲੇ ਐਕਸ਼ਨ ਦੇ ਵਿੱਚ, ਸੈਕਿੰਡ ਦੇ ਵਿੱਚ ਕੀ ਹੈ ਜੀ ਸਿੰਪਲ ਫਿਊਚਰ, ਤਾਂ ਅੱਗੇ ਵਰਕ ਹਾਰਡ ਆ ਜਾਵੇਗਾ ਨਾ ਕਿ ਵਿਲ। ਨੋਟ, simple future is never used immediately after the following words, ਕਿ ਜੇ ਇਹ ਵਰਡਸ ਲੱਗੇ ਹੋਏ ਨੇ ਜੋ ਅੱਗੇ ਆਪਾਂ ਕਰਾਂਗੇ ਉਸ ਤੋਂ ਬਾਅਦ ਕਦੇ ਵੀ ਸਿੰਪਲ ਫਿਊਚਰ ਜਾਂ ਫਿਊਚਰ ਇਨਡੈਫੀਨਿਟ ਟੈਂਸ ਕੀ ਹੈ ਨਹੀਂ ਯੂਜ਼ ਹੋਵੇਗਾ। ਇਨਸਟੈਡ ਸਿੰਪਲ ਪ੍ਰੈਜ਼ੈਂਟ ਟੈਂਸ ਇਜ਼ ਯੂਜ਼ਡ। ਇਸ ਦੀ ਜਗ੍ਹਾ ਤੇ ਕੀ ਯੂਜ਼ ਹੋਵੇਗਾ ਜੀ ਸਿੰਪਲ ਪ੍ਰੈਜ਼ੈਂਟ ਜਾਂ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਕੀ ਹੈ ਯੂਜ਼ ਹੋਵੇਗਾ। ਉਹ ਕਿਹੜੇ ਸ਼ਬਦ ਨੇ ਹੁਣ ਅਸੀਂ ਉਹ ਦੇਖਾਂਗੇ। ਇਫ, ਐਜ਼ ਸੂਨ ਐਜ਼, ਇਨ ਕੇਸ, ਪ੍ਰੋਵਾਈਡਡ, ਅਨਲੈਸ, until, before, after and when. Details will be discussed in chapter conditional sentences. ਇਸ ਬੁੱਕ ਦੇ ਵਿੱਚ ਹੀ ਅੱਗੇ ਜਾ ਕੇ ਸਾਨੂੰ ਇੱਕ ਚੈਪਟਰ ਆਵੇਗਾ ਜਿਸ ਦਾ ਨਾਮ ਹੈ ਕੰਡੀਸ਼ਨਲ ਸੈਂਟੈਂਸ, ਤਾਂ ਉਸ ਦੇ ਵਿੱਚ ਅਸੀਂ ਇਸ ਚੀਜ਼ ਬਾਰੇ ਡਿਟੇਲ ਦੇ ਵਿੱਚ ਕਰਾਂਗੇ। Thanks for watching this video. Kindly subscribe and share and help each other. Thanks.